पढ़िया लिखिया तबका खास करके भी ये पिंडां वाले जट बूट आ वेले आ अनपढ़ आ इन्हां नूं नहीं पता जे इंडस्ट्री बंद होगी रोजगार खत्म हो जाए। कुड़ियां कम ये फिर पिंडों पिंडी फिर शराब ਦੀਆਂ ਇੰਡਸਟਰੀਆਂ ਖੋਲ੍ਹ ਦੇਣੀਆਂ ਚਾਹੀਦੀਆਂ। ਪਿੰਡਾਂ 'ਚ ਲੋਕ ਕੰਮ ਕਰਨ ਸ਼ਰਾਬਾਂ ਕੱਢਣ ਵੇਚਣ ਉੱਥੇ ਫਿਰ ਇੱਕ ਰੋਜ਼ਗਾਰ ਦਾ ਸਾਧਨ ਬਣ ਗਿਆ। ਮੌਤਾਂ ਦੇ ਪੱਧਰ ਦੇ ਉੱਤੇ ਰੋਜ਼ਗਾਰ ਦੇਣਾ ਇਹਦੀ ਸਪੋਰਟ ਨਹੀਂ ਕੀਤੀ ਜਾਂਦੀ। ਰੋਜ਼ਗਾਰ ਦੀ ਵਾਲੀ ਇੰਡਸਟਰੀ ਜਿਹੜੀ ਹੈ ਉਹ ਕੋਈ ਹੋਰ ਹੁੰਦੀ ਹੈ, ਉਹਨੂੰ ਸਰਕਾਰ ਉਜਾੜ ਰਹੀ ਹੈ ਤੇ ਬਾਹਰਲੀਆਂ ਮਲਟੀਨੈਸ਼ਨਲ ਕੰਪਨੀਆਂ ਨੂੰ ਇੱਥੇ ਇੰਡਸਟਰੀ ਲਾਉਣ ਦੀ ਖੁੱਲ੍ਹ ਇਸ ਕਰਕੇ ਦੇ ਰਹੀ ਹੈ ਕਿਉਂਕਿ ਇੱਥੇ ਲੇਬਰ ਸਸਤੀ ਹੈਗੀ ਹੈ, ਲੇਬਰ ਦਾ ਨਿਯਮ ਕੋਈ ਨਹੀਂ ਹੈ, ਵਰਕਰ ਕੱਚੇ ਕੰਮ ਕਰਦੇ ਹੈ, ਵਰਕਰ ਮਰ ਜਾਵੇ, ਵਰਕਰ ਬਿਮਾਰ ਹੋ ਜਾਵੇ, ਉਹਨੂੰ ਇਲਾਜ ਕਰਾਉਣ ਦਾ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ, ਉਹਦੇ ਕੋਈ ਪ੍ਰੋਵੀਡੈਂਟ ਫੰਡ ਨਹੀਂ ਹੋਏਗਾ, ਉਹਨੂੰ ਕੋਈ ਪੈਨਸ਼ਨ ਨਹੀਂ ਮਿਲੇਗੀ। ਇਸ ਕਰਕੇ ਇਹ ਰੋਜ਼ਗਾਰ ਨਹੀਂ ਹੈ, ਇਹ ਰੋਜ਼ਗਾਰ ਦੀ ਵੀ ਘਟੀਆ ਤੋਂ ਘਟੀਆ ਕਿਸਮ। जीरा मोर्चे ते मुलाजम पहुंचे ने, मुलाजमां दा की काम आ ਜਦੋਂ ਕਿਸਾਨਾਂ ਦਾ ਧਰਨਾ ਫਿਰ ਮੁਲਾਜ਼ਮ ਕਿਉਂ ਪਹੁੰਚੇ ਆ। ਕਈ ਵਾਰੀ ਇਹ ਵੀ ਹੁੰਦਾ ਵੀ ਮਿਡਲ ਕਲਾਸ ਆਪਦੀਆਂ ਮੰਗਾਂ ਵਾਸਤੇ ਲੜਦੀ ਆ, ਮਤਲਬ ਮੁਲਾਜ਼ਮਾਂ ਨੇ ਕੱਲੀਆਂ ਤਨਖਾਹਾਂ ਵਧਾਉਣੀਆਂ ਪਰ ਉਹ ਵੀ ਪਹੁੰਚੇ, ਇਹ ਵੱਡੀ ਗੱਲ ਆ। ਸਰ ਕਿਉਂ ਪਹੁੰਚੇ ਹੋ ਜੀ? ਇਹ ਮੁਲਾਜ਼ਮਾਂ ਦੇ ਤਾਂ ਸਵਾਲ ਉੱਠਦਾ ਰਿਹਾ ਵੀ ਜਿਹੜੀ ਮੱਧ ਵਰਗ ਆ ਉਨਾ ਹੀ ਲੜਦਾ ਜਿੰਨਾ ਅਫੋਰਡ ਕਰਦਾ, ਤੁਸੀਂ ਕਿਉਂ ਪਹੁੰਚੇ ਹੋ? ਮੋਹਨ ਜੀ ਇਹ ਬਿਲਕੁਲ ਤੁਹਾਡੀ ਗੱਲ ਵਾਜਬ ਹੈਗੀ ਆ, ਸਹੀ ਵੀ ਹੈ ਜੀ ਕਿ ਪਿਛਲੇ ਸਮੇਂ ਤੋਂ ਜਿਹੜੇ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਜਿੰਨੇ ਮੁਲਾਜ਼ਮਾਂ ਦੇ ਘੋਲ ਹੋਏ ਆ ਉਹਨਾਂ ਦਾ ਕੇਂਦਰ ਜਿਹੜਾ ਹੈ ਉਹ ਆਰਥਿਕਤਾ ਰਿਹਾ ਜੀ, ਕਿਉਂਕਿ ਆਰਥਿਕ ਮੰਗਾਂ ਦੇ ਦੁਆਲੇ ਘੋਲਾਂ ਦੀ ਲਾਮਬੰਦੀ ਹੋਈ ਹੈ। ਆਰਥਿਕ ਮੰਗਾਂ ਬਹੁਤ ਜ਼ਰੂਰੀ ਮੰਗਾਂ ਹੁੰਦੀਆਂ ਹੈ ਕਿਉਂਕਿ ਆਰਥਿਕ ਮੰਗਾਂ ਵਿਅਕਤੀ ਨੂੰ ਜਦੋਂ ਇਕਨੋਮਿਕ ਆਰਥਿਕ ਤੌਰ ਤੇ ਆਜ਼ਾਦ ਕਰਦੀਆਂ ਆ ਤਾਂ ਫਿਰ ਉਹ ਬੰਦਾ ਜਿਹੜਾ ਹੈ ਇਹ ਵੱਡੇ ਧਨਾਡਾਂ ਦੇ ਚੌਧਰੀਆਂ ਦੇ ਚੁੰਗਲ ਚੋਂ ਬਾਹਰ ਆਉਂਦਾ ਹੈ। ਪਰ ਹੁਣ ਜਿੱਥੇ ਮੁਲਾਜ਼ਮ ਲਹਿਰ ਪਹੁੰਚ ਗਈ ਹੈ ਜਾਂ ਦੇਸ਼ ਦਾ ਕਾਰਪੋਰੇਟ ਜਗਤ ਨੇ ਜਿੱਥੇ ਇਸ ਦੇਸ਼ ਨੂੰ ਲੈ ਕੇ ਜਾ ਚੁੱਕੇ ਨੇ, ਇੱਥੇ ਅੱਜ ਜਦੋਂ ਪੰਜਾਬ ਦੀ ਲੋਕਾਂ ਦੀ ਦੇਸ਼ ਦੀ ਹੋਂਦ ਨੂੰ ਖਤਰਾ ਪੈਦਾ ਹੋ ਜਾਵੇ ਜੀ, ਜਦੋਂ ਸਰਕਾਰੀ ਅਦਾਰੇ ਜਿਹੜੇ ਹੈ ਉਹ ਖਾਤਮੇ ਵੱਲ ਵਧਣ ਤੇ ਲਗਭਗ ਦੇਸ਼ ਦਾ ਤੀਸਰਾ ਹਿੱਸਾ ਪਬਲਿਕ ਸੈਕਟਰ ਜਿਹੜਾ ਹੈ ਪਿਛਲੇ ਸਮੇਂ 'ਚ ਸਰਕਾਰਾਂ ਵੱਲੋਂ ਵੇਚ ਦਿੱਤਾ ਗਿਆ ਹੋਵੇ ਤੇ ਇੱਕ ਹੋਰ ਤੀਸਰਾ ਹਿੱਸਾ ਜਿਹੜਾ ਹੈ ਪਬਲਿਕ ਸੈਕਟਰ ਜਿਹੜਾ ਹੈ ਉਹ ਵਿਕਣ ਲਈ ਤਿਆਰ ਬੈਠਾ ਹੋਵੇ ਤੇ ਬਹੁਤ ਛੋਟਾ ਹਿੱਸਾ ਸਰਕਾਰੀ ਮੁਲਾਜ਼ਮਤ ਦਾ ਜਾਂ ਜਨਤਕ ਖੇਤਰ ਦਾ ਜਿਹੜਾ ਬਚਿਆ ਹੋਵੇ, ਤਾਂ ਫਿਰ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪਿਆ ਹੈ। ਮੁਲਾਜ਼ਮਾਂ ਦੀਆਂ ਜਥੇਬੰਦੀਆਂ 'ਚੋਂ ਉਹ ਹਿੱਸਾ ਜਿਹੜਾ ਚਾਹੁੰਦਾ ਹੈ ਕਿ ਆਰਥਿਕ ਘੋਲ ਵੀ ਤਾਂ ਹੀ ਰਹਿਣਗੇ ਜੇਕਰ ਧਰਾਤਲ ਦੇ ਉੱਤੇ ਕੋਈ ਅਦਾਰਾ ਹੋਏਗਾ। ਅਦਾਰਿਆਂ ਨੂੰ ਬਚਾਉਣ ਲਈ ਜਿਹੜੇ ਪੋਲੀਟੀਕਲ ਘੋਲ ਨੇ, ਮੁਲਾਜ਼ਮਾਂ ਦੀ ਜਿਹੜੀ ਸਮਝ ਹੈ ਕਿ ਇਹ ਸਾਰੀ ਰਾਜਨੀਤੀ ਹੈ, ਕਾਰਪੋਰੇਟਾਂ ਦੀ ਰਾਜਨੀਤੀ ਨੂੰ ਕੇਵਲ ਆਰਥਿਕ ਘੋਲ ਦੇ ਨਾਲ ਠੱਲਿਆ ਨਹੀਂ ਜਾ ਸਕਦਾ। ਆਰਥਿਕ ਘੋਲ ਦੇ ਨਾਲ ਅਸੀਂ ਖੁਦ ਕਾਰਪੋਰੇਟਾਂ ਦੀ ਰਾਜਨੀਤੀ ਦਾ ਹੀ ਇੱਕ ਪਾਰਟ ਬਣ ਜਾਂਦੇ ਹਾਂ ਤੇ ਉਸ ਪਾਰਟ ਬਣਨ ਤੋਂ ਬਚਣ ਲਈ ਸਾਡੀ ਇਹ ਲੋੜ ਹੈਗੀ ਅੱਜ ਕਿ ਅਸੀਂ ਸਮੂਹਿਕ ਮੰਗਾਂ ਲਈ, ਸਾਂਝੀਆਂ ਮੰਗਾਂ ਲਈ, ਉਹ ਮੰਗਾਂ ਮੁਲਾਜ਼ਮਾਂ ਦੀਆਂ ਹੋਣ, ਵਿਦਿਆਰਥੀਆਂ ਦੀਆਂ ਹੋਣ, ਇਹਦੇ ਤੋਂ ਬਾਹਰ ਜਾ ਕੇ ਕਿਸਾਨਾਂ ਦੀਆਂ ਹੋਣ, ਮਜ਼ਦੂਰਾਂ ਦੀਆਂ ਹੋਣ, ਤਾਂ ਮੁਲਾਜ਼ਮਾਂ ਨੂੰ ਇਹ ਗੱਲ ਸਮਝਾਉਣੀ ਕਿ ਕੁਝ ਵੀ ਸਾਡੇ ਤੋਂ ਬਾਹਰ ਨਹੀਂ ਹੈ। ਜੇ ਮਜ਼ਦੂਰਾਂ ਦੀਆਂ ਮੰਗਾਂ ਨੇ ਤੇ ਅਸੀਂ ਮਜ਼ਦੂਰਾਂ ਦੇ ਪਰਿਵਾਰਾਂ 'ਚੋਂ ਹਾਂ, ਜੇ ਕਿਸਾਨਾਂ ਦੀਆਂ ਮੰਗਾਂ ਨੇ ਤੇ ਅਸੀਂ ਕਿਸਾਨਾਂ ਦੇ ਪਰਿਵਾਰਾਂ 'ਚੋਂ ਹਾਂ। ਅਸੀਂ ਐਟ ਏ ਟਾਈਮ ਮੁਲਾਜ਼ਮ ਵੀ ਹੈਗੇ ਹਾਂ, ਐਟ ਏ ਟਾਈਮ ਕਿਸਾਨਾਂ ਦੇ ਬੱਚੇ ਵੀ ਹੈਗੇ ਹਾਂ, ਮਜ਼ਦੂਰਾਂ ਦੇ ਬੱਚੇ ਵੀ ਹੈਗੇ ਹਾਂ। ਇਸ ਕਰਕੇ ਸਾਰੀਆਂ ਮੰਗਾਂ ਜੁੜੀਆਂ ਹੋਈਆਂ ਹੈ ਤੇ ਕਿਸਾਨ ਘੋਲ ਨੇ, ਦਿੱਲੀ ਵਾਲੇ ਕਿਸਾਨ ਘੋਲ ਨੇ ਸਿੱਧ ਕੀਤਾ ਹੈ ਬਈ ਜਦੋਂ ਲੋਕ ਇਕੱਠੇ ਹੋ ਕੇ ਤੁਰਦੇ ਆ ਤਾਂ ਕਾਰਪੋਰੇਟਸ ਜਿਹੜੇ ਆ ਉਹ ਉਹਦੇ ਤੋਂ ਡਰਦੇ ਆ, ਘਬਰਾਉਂਦੇ ਆ। ਉਸ ਘਬਰਾਹਟ ਨੂੰ ਜਿਹੜਾ ਦੇਖਣਾ, ਉਸ ਘਬਰਾਹਟ ਦੇ ਵਿੱਚੋਂ ਲੋਕਾਂ ਦੀ ਲਹਿਰ ਦੀ ਜਿੱਤ ਕੱਢਣੀ, ਇਹਦੇ ਨਾਲ ਲੱਗਦਾ ਹੈ ਕਿ ਇਸ ਦੇਸ਼ ਦੇ ਸਾਰੇ ਸਰੋਤ ਜਿਹੜੇ ਕੁਦਰਤੀ ਸਰੋਤ ਨੇ ਉਹ ਵੀ ਬਚਣਗੇ, ਇਹਦੇ ਅਦਾਰੇ ਵੀ ਬਚਣਗੇ, ਸਾਡੀਆਂ ਨੌਕਰੀਆਂ ਵੀ ਬਚਣਗੀਆਂ, ਜਿਹੜਾ ਵਿਦੇਸ਼ਾਂ ਨੂੰ ਅੰਧਾ ਧੁੰਦ ਜਿਹੜਾ ਪ੍ਰਵਾਸ ਚੱਲ ਰਿਹਾ ਹੈ ਉਹ ਵੀ ਰੁਕੇਗਾ। ਪਾਣੀ ਬਚਾਉਣਾ ਹੈ, ਧਰਤੀ ਦੇ ਉੱਪਰਲਾ ਪਾਣੀ ਬਚਾਉਣਾ ਸੀ, ਇਹਦੇ ਹੇਠਲੇ ਪਾਣੀ ਦੇ ਵੀ ਲਾਲੇ ਪੈ ਗਏ। ਇਸ ਕਰਕੇ ਜਦੋਂ ਇਹ ਸਾਰੀਆਂ ਮੰਗਾਂ ਹੈਗੀਆਂ ਤਾਂ ਅਸੀਂ ਇਹਨੂੰ ਕਾਰਪੋਰੇਟਾਂ ਦੀ ਨੀਤੀ ਨਾਲ ਜੋੜ ਕੇ ਹੀ ਵੇਖਣਾ ਸ਼ੁਰੂ ਕੀਤਾ ਜੀ ਵੀ ਇਹ ਕਾਰਪੋਰੇਟਾਂ ਦੀ ਇੱਕ ਨੀਤੀ ਦਾ ਪਾਰਟ ਹੈ ਵੀ ਪਹਿਲਾਂ ਸਾਡੇ ਦਿਮਾਗ ਤੇ ਕਬਜ਼ਾ ਕਰੋ, ਸਾਨੂੰ ਇਹ ਦੱਸ ਦਿਓ ਕਿ ਜਿਹੜੇ ਮੁਲਾਜ਼ਮ ਹੁੰਦੇ ਆ ਇਹਨਾਂ ਦਾ ਕੰਮ ਕੇਵਲ ਆਪਣੇ ਤਨਖਾਹ ਭੱਤਿਆਂ ਲਈ ਲੜਨਾ ਹੁੰਦਾ ਹੈ। ਕਾਰਪੋਰੇਟ ਵੀ ਇਹੀ ਚਾਹੁੰਦਾ ਹੈ, ਸਰਕਾਰ ਵੀ ਇਹੀ ਚਾਹੁੰਦੀ ਹੈ ਵੀ ਅਸੀਂ ਉੱਥੇ ਲੜਦੇ ਰਹੀਏ, ਅਸੀਂ ਉੱਥੇ ਉਲਝੇ ਰਹੀਏ। ਕਦੀ ਤਨਖਾਹ ਦਾ ਇਸ਼ੂ ਆ ਗਿਆ, ਕੁਛ ਭੱਤਿਆਂ ਦਾ ਆ ਗਿਆ, ਕੁਛ ਪੇ ਕਮਿਸ਼ਨਾਂ ਦੇ ਆ ਗਏ, ਉਹ ਲੜਨੇ ਜ਼ਰੂਰੀ ਹੈ ਪਰ ਅਸੀਂ ਕੇਵਲ ਉੱਥੇ ਹੀ ਉਲਝੇ ਰਹੀਏ, ਇਹ ਸਰਕਾਰਾਂ ਚਾਹੁੰਦੀਆਂ ਹੈ ਤੇ ਅਸੀਂ ਉਸ ਉਲਝਣ ਦੇ ਵਿੱਚੋਂ ਮੁਲਾਜ਼ਮ ਲਹਿਰ ਨੂੰ ਬਾਹਰ ਕੱਢ ਕੇ ਲਿਆਉਣਾ ਹੈ। ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਲੋਕ ਪੱਖੀ ਜਿੰਨੇ ਵੀ ਘੋਲ ਨੇ, ਜਿਨ੍ਹਾਂ ਬਾਰੇ ਸਾਡੀ ਸਮਝ ਹੈਗੀ ਆ ਕਿ ਇਹ ਪੰਜਾਬ ਦੇ ਹਿੱਤ ਦੇ ਘੋਲ ਨੇ, ਇਹ ਦੇਸ਼ ਦੇ ਹਿੱਤ ਦੇ ਘੋਲ ਨੇ, ਇਹ ਲੋਕਾਂ ਦੇ ਹਿੱਤ ਦੇ ਘੋਲ ਨੇ, ਇਹ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਜੇ ਜਨਮ ਲੈਣਾ ਹੈ ਇਹ ਉਹਨਾਂ ਨੂੰ ਖੁਸ਼ਾਮਦੀਦ ਕਹਿਣ ਦੇ ਘੋਲ ਨੇ ਕਿ ਇਹ ਸਾਰੇ ਘੋਲਾਂ ਦੇ ਵਿੱਚ ਅਸੀਂ ਜਿਹੜੀ ਮੁਲਾਜ਼ਮ ਲੈ ਰਿਹਾ ਉਹਨੂੰ ਲੋਕਾਂ ਦੇ ਅੰਗ ਸੰਗ ਖੜਾ ਕਰੀਏ
ਤਾਂ ਹੀ ਲੋਕ ਮਹਿਸੂਸ ਕਰਨਗੇ। ਜੀ। ਸਰਕਾਰੀ ਸਕੂਲ ਸਾਡੀ ਕੱਲੀ ਟੀਚਰਾਂ ਦੀ ਯੂਨੀਅਨ ਨਹੀਂ ਬਚਾ ਸਕਦੀ, ਜੀ। ਮੁਲਾਜ਼ਮ ਵੀ ਨਹੀਂ ਬਚਾ ਸਕਦੇ। ਸਰਕਾਰੀ ਸਕੂਲ ਉਦੋਂ ਬਚਣੇ ਆ ਜਦੋਂ ਪਿੰਡਾਂ ਦੇ ਲੋਕਾਂ ਨੇ ਸਰਕਾਰੀ ਸਕੂਲਾਂ ਦੇ ਬਾਹਰ ਆ ਕੇ ਬਹਿਣਾ ਹੈ, ਜੀ। ਤੇ ਲੋਕਾਂ ਨੇ ਉਦੋਂ ਬਹਿਣਾ ਹੈ ਜਦੋਂ ਸਾਡੀ ਇਹਨਾਂ ਘੋਲਾਂ ਦੇ ਰਾਹੀਂ ਉਹਨਾਂ ਲੋਕਾਂ ਦੇ ਨਾਲ ਸਾਂਝ ਪੈਣੀ ਹੈ। ਜੀ। ਤਾਂ ਸਾਨੂੰ ਲੱਗਣਾ ਹੈ ਕਿ ਇਹ ਘੋਲ ਕੋਈ ਵੱਖਰੇ ਨਹੀਂ ਹੈ। ਸਰਕਾਰੀ ਸਕੂਲ ਨੂੰ ਬਚਾਉਣਾ, ਸਰਕਾਰੀ ਹਸਪਤਾਲ ਨੂੰ ਬਚਾਉਣਾ, ਸਰਕਾਰੀ ਪਾਣੀ ਵਾਲੀ ਟੈਂਕੀ ਨੂੰ ਬਚਾਉਣਾ ਜਾਂ ਸਰਕਾਰੀ ਕਿਸੇ ਵੀ ਅਦਾਰੇ ਨੂੰ ਬਚਾਉਣਾ, ਇਹ ਲੋਕਾਂ ਦੀ ਹੀ ਵੀ ਓਨੀ ਹੀ ਜ਼ਿੰਮੇਵਾਰੀ ਹੈ ਜਿੰਨੀ ਸਾਡੀ ਜ਼ਿੰਮੇਵਾਰੀ ਹੈ। ਇਸ ਕਰਕੇ ਲੋਕੀ ਕਿਤੇ ਸਾਨੂੰ ਆਪਣੇ ਨਾਲੋਂ ਅਲੱਗ ਥਲੱਗ ਨਾ ਸਮਝ ਲੈਣ। ਇਹਦੇ ਲਈ ਇਸ ਸਾਂਝ ਨੂੰ ਵਧਾਉਣਾ, ਉਸ ਸਾਂਝ ਲਈ ਲੋਕਾਂ ਦੇ ਜਨਤਕ ਘੋਲਾਂ 'ਚ ਉਹਨਾਂ ਦੇ ਨਾਲ ਦਿਨੇ ਬੈਠਣਾ, ਰਾਤਾਂ ਨੂੰ ਉਹਨਾਂ ਦੇ ਟੈਂਟਾਂ 'ਚ ਰਹਿਣਾ, ਤਾਂ ਉੱਥੇ ਜਾ ਕੇ ਜਿਹੜੀ ਇਹ ਸਾਂਝ ਬਣਦੀ ਨਾ, ਇਹ ਪਰਮਾਨੈਂਟ ਕਾਰਪੋਰੇਟਾਂ ਦੇ ਖਿਲਾਫ ਇੱਕ ਵੱਡੀ ਲਾਮਬੰਦੀ ਦੀ ਸਾਂਝ ਬਣਨੀ ਹੈ। ਇਸ ਕਰਕੇ ਅਸੀਂ ਪੰਜਾਬ ਦੇ ਅੰਦਰ ਚਾਹੁੰਦੇ ਕਿ ਮੁਲਾਜ਼ਮ ਲਹਿਰ ਜਿਹੜੀ ਹੈ ਆਰਥਿਕਤਾਵਾਦ ਦੀ ਨਿਰੋਲ ਜਿਹੜੀ ਸਿਰਫ ਕੱਲੀ ਆਰਥਿਕਤਾਵਾਦ ਦੀ ਲੜਾਈ ਹੈ, ਉਹਦੇ ਘੇਰੇ 'ਚੋਂ ਬਾਹਰ ਥੋੜੀ ਜਿਹੀ ਝਾਕ ਕੇ ਦੇਖੇ ਤੇ ਉਹ ਲੋਕ ਘੋਲਾਂ ਦੇ ਵਿੱਚ ਵੀ ਆਵੇ। ਤੇ ਇਹੀ ਹੈ ਅਸਲੀ ਜਿਹੜੀ ਲੋਕਾਂ ਦੇ ਜਾਏ ਹੋਣ ਦਾ ਇਹੀ ਸਬੂਤ ਹੈਗਾ। ਉਹ ਅਸੀਂ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਜਾਂ ਸਾਡੀਆਂ ਜਿੰਨੀਆਂ ਹੋਰ ਜਥੇਬੰਦੀਆਂ ਸਾਡੇ ਨਾਲ ਜੁੜੀਆਂ ਹੋਈਆਂ ਉਹਦੇ ਵੱਲੋਂ ਇਹ ਲਗਾਤਾਰ ਉਪਰਾਲਾ ਕਰ ਰਹੇ ਆ। ਉਹਦੇ ਤਹਿਤ ਹੀ ਦਿੱਲੀ ਦੇ ਕਿਸਾਨ ਮੋਰਚਿਆਂ 'ਚ ਜਾਂਦੇ ਰਹੇ ਆ, ਉਹਦੇ ਤਹਿਤ ਹੀ ਅੱਜ ਜੀਰੇ ਦੇ ਜਿਹੜੇ ਇਸ ਘੋਲ 'ਚ ਆਏ ਆ। ਫੈਕਟਰੀ ਦੇ ਜਿਹੜੇ ਪ੍ਰਦੂਸ਼ਣ ਦੇ ਖਿਲਾਫ ਘੋਲ ਹੈ, ਪਾਣੀ ਨੂੰ ਬਚਾਉਣ ਵਾਲਾ ਘੋਲ ਹੈ, ਤੇ ਇਹ ਲਗਾਤਾਰ ਅੱਜ ਆ ਕੇ ਦੇਖਿਆ ਹੈ ਵੀ ਲੋਕਾਂ ਦਾ ਜਿਹੜਾ ਜਜ਼ਬਾ ਹੈਗਾ ਹੈ ਉਹ ਫੈਕਟਰੀ ਨੂੰ ਬੰਦ ਕਰਵਾਉਣ ਤੱਕ ਹੈ। ਤੇ ਜੇ ਲੋਕਾਂ ਦਾ ਜਜ਼ਬਾ ਇੰਨਾ ਮਜ਼ਬੂਤ ਹੈ ਤੇ ਫਿਰ ਅਸੀਂ ਵਾਰ-ਵਾਰ ਇੱਥੇ ਆਉਂਦੇ ਹੀ ਰਵਾਂਗੇ। ਅੱਛਾ, ਇੱਕ ਜਿਹੜਾ ਵੱਡਾ ਸਵਾਲ ਉੱਠਦਾ ਜੀ, ਪੜ੍ਹਿਆ ਲਿਖਿਆ ਤਬਕਾ ਖਾਸ ਕਰਕੇ ਵੀ ਇਹ ਤਾਂ ਪਿੰਡਾਂ ਵਾਲੇ ਜੱਟ ਬੂਟ ਆ, ਵਿਹਲੇ ਆ, ਅਨਪੜ੍ਹ ਆ, ਇਹਨਾਂ ਨੂੰ ਨਹੀਂ ਪਤਾ ਜੇ ਇੰਡਸਟਰੀ ਬੰਦ ਹੋ ਗਈ ਰੁਜ਼ਗਾਰ ਖਤਮ ਹੋ ਜੂ। ਤੁਹਾਨੂੰ ਕਿਵੇਂ ਲੱਗਦਾ? ਇਹ ਦੇਖੋ, ਪੜ੍ਹਿਆ ਲਿਖਿਆ ਤਬਕਾ ਕਿਵੇਂ ਸਮਝਦਾ ਹੈ? ਜਿਹੜਾ ਤਬਕਾ ਇਹ ਸਮਝਦਾ ਹੈ ਉਹ ਫਿਰ ਕਾਰਪੋਰੇਟਾਂ ਦੀ ਪੜ੍ਹਾਈ ਪੜ੍ਹਿਆ ਹੋਇਆ ਹੈ, ਜਾਂ ਜੋ ਸਿਸਟਮ ਨੇ ਉਹਨੂੰ ਪੜ੍ਹਾਇਆ ਹੈ, ਜੋ ਪ੍ਰਬੰਧ ਨੇ ਉਹਨਾਂ ਨੂੰ ਦਿੱਤਾ ਹੈ, ਉਹੀ ਪੜ੍ਹਿਆ ਹੈ। ਇਸ ਪ੍ਰਬੰਧ ਦੇ ਅੰਦਰ ਲੋਕਾਂ ਦੇ ਹਿੱਤ ਦੀ ਪੜ੍ਹਾਈ ਪੜ੍ਹਨੀ ਅਸਲੀ ਪੜ੍ਹਾਈ ਹੈ। ਤੇ ਅਸੀਂ ਸਮਝਦੇ ਹਾਂ ਕਿ ਦੇਸ਼ ਦੇ ਅੰਦਰ ਸਭ ਤੋਂ ਪਹਿਲਾਂ ਜਿਹਨੇ ਕਾਰਪੋਰੇਟ ਨੂੰ ਪਛਾਣਿਆ ਉਹ ਮੁਲਾਜ਼ਮ ਨਹੀਂ ਹੈ। ਕਾਰਪੋਰੇਟਾਂ ਨੂੰ ਪਛਾਣਨ ਵਾਲੇ ਕਿਸਾਨਾਂ ਦਾ ਅੰਦੋਲਨ ਹੈ। ਤੇ ਜੇ ਕਿਸਾਨਾਂ ਦੇ ਅੰਦੋਲਨ ਤੋਂ ਵੀ ਕਿਸੇ ਨੇ ਕਾਰਪੋਰੇਟਾਂ ਨੂੰ ਪਹਿਲਾਂ ਪਛਾਣ ਕੀਤੀ ਤਾਂ ਉਹ ਜੰਗਲਾਂ 'ਚ ਆਦੀਵਾਸੀਆਂ ਨੇ ਕੀਤੀ। ਆਦੀਵਾਸੀ ਤੇ ਅੱਜ ਤੋਂ 20 ਸਾਲ ਪਹਿਲਾਂ ਤਾਂ ਨਾਰਾ ਦੇ ਗਏ ਸੀ ਕਿ ਜਲ ਜੰਗਲ ਤੇ ਜ਼ਮੀਨ ਸਾਡੀ ਹੈ। ਉਹ ਆਦੀਵਾਸੀ ਜਿਨ੍ਹਾਂ ਨੇ ਕਦੀ ਸਕੂਲ ਦਾ ਮੂੰਹ ਨਹੀਂ ਵੇਖਿਆ, ਜਿਨ੍ਹਾਂ ਨੇ ਸ਼ਾਇਦ ਕਦੀ ਕਿਤਾਬ ਕੋਈ ਵੇਖੀ ਵੀ ਨਹੀਂ ਹੋਣੀ ਕਿ ਕਿਤਾਬ ਵੀ ਹੁੰਦੀ ਹੈ, ਖਰੀਦੀ ਵੀ ਜਾਂਦੀ ਹੈ, ਉਹ ਆਦੀਵਾਸੀਆਂ ਨੇ ਜਦੋਂ ਜਲ ਜੰਗਲ ਤੇ ਜ਼ਮੀਨ ਦੀ ਲੜਾਈ ਲੜੀ, ਉਸ ਲੜਾਈ ਦੇ ਵੱਖ-ਵੱਖ ਪੜਾਅ ਸੀਗੇ, ਉਹ ਹਥਿਆਰਬੰਦ ਲੜਾਈ ਤੱਕ ਵੀ ਉਹਨੂੰ ਲੈ ਕੇ ਗਏ, ਲੜ ਰਿਹਾ ਅੱਜ ਵੀ। ਤਾਂ ਇਹਦੇ ਲਈ ਜਿਹੜੀ ਲਿਆਕਤ ਹੈਗੀ ਹੈ ਜਾਂ ਇਹ ਜਿਹੜੀ ਪੜ੍ਹਾਈ ਹੈ, ਇਹਦੇ ਲਈ ਕੋਈ ਵਿਸ਼ੇਸ਼ ਸਕੂਲ ਨਹੀਂ ਹੁੰਦੇ। ਇਹ ਜਦੋਂ ਲੋਕਾਂ ਦੇ ਮੰਗਾਂ ਮਸਲਿਆਂ ਤੇ ਜਾਈਦਾ ਹੈ, ਉਹਨਾਂ ਨੂੰ ਸੁਣੀਦਾ ਹੈ, ਤਾਂ ਇਹ ਪੜ੍ਹਾਈ ਉੱਥੋਂ ਲੋਕਾਂ ਤੋਂ ਹੀ ਪੜ੍ਹੀ ਜਾਂਦੀ ਹੈ। ਇਸ ਕਰਕੇ ਮੁਲਾਜ਼ਮ ਇਹ ਪੜ੍ਹਾਈ ਨੂੰ ਪੜ੍ਹਨ, ਵਿਸ਼ੇਸ਼ ਕਰਕੇ ਅਧਿਆਪਕਾਂ ਦਾ ਵਰਗ ਇਸ ਪੜ੍ਹਾਈ ਨੂੰ ਪੜ੍ਹੇ। ਇਹ ਅੱਜ ਦੀ ਵੱਡੀ ਲੋੜ ਹੈ ਕਿ ਅਧਿਆਪਕਾਂ ਦਾ ਵੱਡਾ ਰੋਲ ਹੁੰਦਾ ਹੈ। ਅਧਿਆਪਕ ਜਿਹੜੇ ਨਿਰਮਾਤਾ ਹੁੰਦੇ ਹੈ, ਅਧਿਆਪਕਾਂ ਕੋਲ ਸਮਝ ਦਾ ਪੱਧਰ ਵੱਡਾ ਹੁੰਦਾ ਹੈ। ਉਹ ਹਰੇਕ ਕਿਸੇ ਗੱਲ ਨੂੰ, ਕਿਸੇ ਬਿਰਤਾਂਤ ਨੂੰ ਜਲਦੀ ਦੇ ਨਾਲ ਸਮਝ ਸਕਦੇ ਆ, ਕਿਸੇ ਆਮ ਬੰਦੇ ਨਾਲੋਂ ਜਲਦੀ ਸਮਝ ਸਕਦੇ ਆ। ਪਰ ਕਿਉਂਕਿ ਅਸੀਂ ਉਹਨਾਂ ਨੂੰ ਆਰਥਿਕ ਘੋਲਾਂ 'ਚ ਉਲਝਾਇਆ ਹੋਇਆ ਹੈ, ਇਸ ਕਰਕੇ ਅਧਿਆਪਕ ਇਸ ਕਾਰਪੋਰੇਟ ਦੀ ਨੀਤੀ ਨੂੰ ਸਮਝਣ ਦੇ ਵਿੱਚ ਕਿਸਾਨਾਂ ਦੇ ਨਾਲੋਂ ਵਿਛੜ ਗਏ ਤੇ ਕਿਸਾਨ ਜਿਹੜੇ ਸੀ ਉਹ ਅਧਿਆਪਕਾਂ ਤੋਂ ਅੱਗੇ ਲੰਘ ਗਏ। ਤਾਂ ਹੁਣ ਉਹ ਜਿਹੜਾ ਹਿੱਸਾ ਜਿਹੜਾ ਵਧੀਆ ਤਰੀਕੇ ਨਾਲ ਸਮਝ ਸਕਦਾ ਹੈ ਤੇ ਵਧੀਆ ਢੰਗ ਦੇ ਨਾਲ ਹੋਰ ਲੋਕਾਂ ਨੂੰ ਵਧੇਰੇ ਰੂਪ 'ਚ ਲਾਮਬੰਦ ਕਰ ਸਕਦਾ ਹੈ, ਉਹਨਾਂ ਨੂੰ ਇਹਨਾਂ ਘੋਲਾਂ 'ਚ ਲੈ ਕੇ ਆਉਣਾ ਜ਼ਰੂਰੀ ਹੈਗਾ। ਇਹੀ ਬੰਦ ਖਲਾਸੀ ਦੀ ਲੜਾਈ ਹੈ ਪੰਜਾਬ ਦੀ, ਜਾਂ ਦੇਸ਼ ਦੇ ਆਮ ਲੋਕਾਂ ਦੀ, ਕਿਰਤੀ ਲੋਕਾਂ ਦੀ ਬੰਦ ਖਲਾਸੀ ਇਹਦੇ ਤੋਂ ਬਗੈਰ ਸੰਭਵ ਹੀ ਨਹੀਂ ਹੈਗੀ। ਨਹੀਂ, ਮੇਰਾ ਸਵਾਲ ਉਹ ਸੀ ਕਿ ਜੇ ਜਿਵੇਂ ਉਹ ਕਹਿੰਦੇ ਆ, ਚਲੋ ਸਵਾਲ ਉਹਨਾਂ ਦਾ ਕਿ ਜੇ ਇੰਡਸਟਰੀ ਬੰਦ ਹੋ ਗਈ, ਮੰਨ ਲਓ ਆਹ ਫੈਕਟਰੀ ਬੰਦ ਹੋ ਗਈ, ਕਹਿੰਦੇ ਇੱਥੇ 100 ਮੁੰਡੇ ਕੁੜੀਆਂ ਕੰਮ ਕਰਦੇ ਨੇ, ਰੁਜ਼ਗਾਰ ਦਾ ਕੀ ਬਣੂਗਾ? ਦੇਖੋ, ਮੁੰਡੇ ਕੁੜੀਆਂ ਕੰਮ, ਇਹ ਤਾਂ ਫਿਰ ਪਿੰਡੋਂ ਪਿੰਡੀ ਫਿਰ ਸ਼ਰਾਬ ਦੀਆਂ ਇੰਡਸਟਰੀਆਂ ਖੋਲ੍ਹ ਦੇਣੀਆਂ ਚਾਹੀਦੀਆਂ। ਪਿੰਡਾਂ 'ਚ ਲੋਕ ਕੰਮ ਕਰਨ, ਸ਼ਰਾਬਾਂ ਕੱਢਣ, ਵੇਚਣ, ਉੱਥੇ ਫਿਰ ਇੱਕ ਰੁਜ਼ਗਾਰ ਦਾ ਸਾਧਨ ਬਣ ਗਿਆ। ਮਤਲਬ ਸ਼ਰਾਬ ਇੱਕ ਰੁਜ਼ਗਾਰ ਦਾ ਸਾਧਨ ਬਣ ਜਾਵੇ। ਫੈਕਟਰੀ ਇੱਥੇ ਕਿਹੜੀ ਫੈਕਟਰੀ ਦੀ ਲੋੜ ਹੈਗੀ ਆ? ਖੇਤੀਬਾੜੀ ਨਾਲ ਸੰਬੰਧਿਤ ਕਿੰਨੀਆਂ ਫੈਕਟਰੀਆਂ ਲੱਗ ਸਕਦੀਆਂ? ਪੰਜਾਬ ਸਰਕਾਰ ਨੇ ਕੋਈ ਫੈਕਟਰੀ ਖੇਤੀਬਾੜੀ ਨਾਲ ਸੰਬੰਧਿਤ ਨਹੀਂ ਲਈ। ਪੰਜਾਬ ਇੱਕ ਐਗਰੋ ਬੇਸਡ ਸਟੇਟ ਆ। ਇੱਥੇ ਪੈਰ ਤੇ ਹਰ 2-4 ਪਿੰਡਾਂ ਦੀ ਸਾਂਝੀ ਇੱਕ ਫੈਕਟਰੀ ਛੋਟੀ ਲੱਗ ਸਕਦੀ ਹੈ। ਆਲੂ ਦਾ ਕੀ ਕਰਨਾ ਹੈ, ਇੱਥੇ ਦਾਲਾਂ ਦਾ ਕੀ ਕਰਨਾ ਹੈ, ਇੱਥੇ ਕਿਵੇਂ ਚੌਲ ਦੀਆਂ ਕਿਹੜੀਆਂ ਕਿਸਮਾਂ ਰਿਫਾਈਨ ਕਰਨੀਆਂ ਹੈ। ਇਹ ਉਹ ਫੈਕਟਰੀਆਂ ਨਹੀਂ ਲੱਗ ਰਹੀਆਂ ਨਾ, ਇਹ ਉਹ ਫੈਕਟਰੀਆਂ ਲੱਗ ਰਹੀਆਂ ਹੈ ਜਿਹੜੀਆਂ ਫੈਕਟਰੀਆਂ ਪੂਰੀ ਦੁਨੀਆ ਨੇ ਆਪਣੇ ਦੇਸ਼ਾਂ ਦੇ ਅੰਦਰ ਲਾਉਣ ਤੋਂ ਇਨਕਾਰ ਕੀਤਾ, ਨਕਾਰੀਆਂ ਹੋਈਆਂ ਨੇ, ਕਿਉਂਕਿ ਇੱਥੋਂ ਹੀ ਸਾਰੀ ਸ਼ਰਾਬ ਬਣਾ ਕੇ ਭੇਜਣੀ ਹੈ। ਜੇ ਇੱਕ ਇੰਡਸਟਰੀ 3 ਲੱਖ ਬੋਤਲ ਰੋਜ਼ ਸ਼ਰਾਬ ਦੀ ਪੈਦਾ ਕਰਦੀ ਹੈ ਤੇ ਪੰਜਾਬ ਦੇ ਅੰਦਰ ਦਰਜਨਾਂ ਨੇ, ਤਾਂ ਉਹ ਸਾਰੀ ਸ਼ਰਾਬ ਪੰਜਾਬ ਤੇ ਨਹੀਂ ਪੀਂਦਾ ਨਾ। ਇਹਦਾ ਮਤਲਬ ਇਹ ਸ਼ਰਾਬ ਦਾ ਇੱਕ ਵੱਡੇ ਪੱਧਰ ਤੇ ਵਪਾਰ ਜਿਹੜਾ ਹੈ ਸਟੇਟ ਤੋਂ ਬਾਹਰ ਹੋ ਰਿਹਾ ਹੈ ਤੇ ਵਿਦੇਸ਼ਾਂ 'ਚ ਵੀ ਹੋ ਰਿਹਾ ਹੈ। ਸ਼ਰਾਬ ਦੀ ਹਰ ਕਿਸਮ ਬਣ ਰਹੀ ਹੈ ਪੰਜਾਬ ਦੀਆਂ ਫੈਕਟਰੀਆਂ 'ਚ। ਰੋਪੜ ਦੇ ਨਾਲ, ਹਿਮਾਚਲ ਦੇ ਨਾਲ ਲੱਗਦੇ ਖੇਤਰਾਂ 'ਚ ਜਿਹੜੀਆਂ ਫੈਕਟਰੀਆਂ ਨੇ, ਸ਼ਰਾਬ ਦੁਨੀਆ ਦਾ 3ਰੇ ਨੰਬਰ ਦਾ ਵੱਡਾ ਧੰਦਾ ਹੈ ਤੇ ਇਹ ਬਾਕੀ ਸਾਰੇ ਧੰਦਿਆਂ ਨੂੰ ਸਹਾਇਤਾ ਵੀ ਕਰਦਾ ਹੈ। ਸਭ ਤੋਂ ਵੱਡੀ ਇੰਡਸਟਰੀ ਦੁਨੀਆ 'ਚ ਹਥਿਆਰਾਂ ਦੀ ਹੈ, ਸੈਕੰਡ ਫਾਰਮਾਸਿਊਟੀਕਲ ਹੈ, ਦਵਾਈਆਂ ਬਣਾਉਣ ਵਾਲੀ,
ਤੀਸਰੇ ਨੰਬਰ ਤੇ ਸ਼ਰਾਬ ਪਹੁੰਚ ਚੱਲੀ ਹੈ। ਸ਼ਰਾਬ ਨੇ ਬੰਦੇ ਬਿਮਾਰ ਵੀ ਕਰਨੇ ਆ, ਦਵਾਈਆਂ ਦੀਆਂ ਇੰਡਸਟਰੀਆਂ ਹੋਰ ਲੱਗਣੀਆਂ। ਸ਼ਰਾਬ ਨੇ ਪਾਣੀ ਗੰਦਾ ਕਰਨਾ ਹੈ ਤਾਂ ਪਾਣੀ ਬਣਾਉਣ ਵਾਲੀਆਂ ਫੈਕਟਰੀਆਂ ਵੀ ਲੱਗਣਗੀਆਂ। ਮਤਲਬ ਪੰਜਾਬ ਦੇ ਅੰਦਰ ਹੀ ਲਾਗੇ ਦਰਿਆ ਵਗਦਾ ਹੋਏਗਾ ਤਾਂ ਉਸ ਦਰਿਆ 'ਚੋਂ ਪਾਣੀ ਪੀਣ ਦੀ ਬਜਾਏ, ਉਹਦਾ ਸਾਫ਼ ਪਾਣੀ ਵਰਤਣ ਦੀ ਬਜਾਏ, ਧਰਤੀ ਦੇ ਥੱਲੇ ਵਾਲਾ ਸਾਫ਼ ਪਾਣੀ ਵਰਤਣ ਦੀ ਬਜਾਏ ਅਸੀਂ ਬੋਤਲ ਦਾ ਪਾਣੀ ਪੀਣ ਲਈ ਮਜਬੂਰ ਹੋਵਾਂਗੇ। ਇੱਥੇ ਇਹਨਾਂ ਨੇ ਹਵਾ ਪ੍ਰਦੂਸ਼ਿਤ ਕਰਨੀ ਹੈ, ਕਿਉਂਕਿ ਜਿਹੜਾ ਇੰਡਸਟਰੀ ਦਾ ਪੱਧਰ ਹੈ ਉਹ ਬਹੁਤ ਲੋ ਪੱਧਰ ਹੈ। ਜੇ ਯੂਰਪ ਦੇ ਅੰਦਰ ਇੰਡਸਟਰੀ ਹੈਗੀ ਆ ਤਾਂ ਉਹਦੇ 'ਚ ਸਭ ਤੋਂ ਪਹਿਲਾਂ ਉਸ ਇੰਡਸਟਰੀ ਦੀ ਵੇਸਟ ਨੂੰ ਕਿੱਥੇ ਕਿਵੇਂ ਅਸੀਂ ਜਿਹੜਾ ਖਰਾਬ ਉਹਨੂੰ ਵੇਸਟ ਕਰਨਾ ਹੈ, ਵੇਸਟ ਨੂੰ ਕਿਵੇਂ ਸਾਂਭਣਾ ਹੈ, ਉਹ ਸਭ ਤੋਂ ਪਹਿਲਾ ਮੁੱਦਾ ਹੈ। ਇੱਥੇ ਇੰਡਸਟਰੀ ਲੱਗ ਜਾਂਦੀ ਹੈ, ਵੇਸਟ ਕਿਵੇਂ ਸਾਂਭਣੀ ਹੈ ਕੋਈ ਮੁੱਦਾ ਹੀ ਨਹੀਂ ਹੈ। ਇਹਨੂੰ ਬਾਅਦ ਵਿੱਚ ਵੀ ਮੁੱਦਾ ਨਹੀਂ ਹੈ। ਵੇਸਟ ਜਿਹੜੀ ਹੈ ਚੱਲਣ ਦਿਓ, ਲੋਕਾਂ ਦੇ ਘਰਾਂ ਨੂੰ ਗਲੀਆਂ 'ਚ ਪਾ ਦਿਓ, ਪੈਲੀਆਂ 'ਚ ਸੁੱਟ ਦਿਓ, ਦਰਿਆਵਾਂ 'ਚ ਸੁੱਟ ਦਿਓ, ਨਹਿਰਾਂ 'ਚ ਸੁੱਟ ਦਿਓ। ਇਹ ਵੇਸਟ ਸਾਰੀ ਦੀ ਸਾਰੀ ਇੱਦਾਂ ਸੁੱਟੀ ਜਾ ਰਹੀ। ਇਕੱਲੀ ਇੱਕ ਇੰਡਸਟਰੀ ਦਾ ਸਵਾਲ ਨਹੀਂ ਹੈ, ਇਹ ਇੰਡਸਟਰੀ ਨੇ ਤੇ ਸ਼ੀਸ਼ਾ ਵਿਖਾਇਆ ਹੈ। ਇਹ ਤੇ ਪੰਜਾਬ ਦੀ ਹਰ ਇੰਡਸਟਰੀ ਦਾ ਸਵਾਲ ਹੈ, ਹਰ ਜ਼ਿਲ੍ਹੇ ਦੇ ਹਰ ਸ਼ਹਿਰ ਦੇ ਅੰਦਰ ਲੱਗੀਆਂ ਹੋਈਆਂ ਇੰਡਸਟਰੀਜ਼ ਦਾ ਸਵਾਲ ਹੈ। ਕਿਉਂਕਿ ਦੇਸ਼ ਦੇ ਕੋਲ ਇੰਡਸਟਰੀਅਲ ਪਾਲਿਸੀ ਕੋਈ ਨਹੀਂ ਹੈਗੀ। ਜੇ ਇੰਡਸਟਰੀਅਲ ਪਾਲਿਸੀ ਹੋਏਗੀ, ਓਨੈਸਟੀ ਇਮਾਨਦਾਰੀ ਦੇ ਨਾਲ ਕੰਮ ਕਰਨ ਵਾਲੀ ਇੱਕ ਸਰਕਾਰੀ ਮਸ਼ੀਨਰੀ ਹੋਏਗੀ ਤਾਂ ਜਿਹੜੀ ਇਹ ਲੱਗੀ ਹੋਈ ਇੰਡਸਟਰੀ ਲੋਕਾਂ ਨੂੰ ਰੁਜ਼ਗਾਰ ਦੇਵੇਗੀ। ਜੇਕਰ ਉਸ ਇਮਾਨਦਾਰ ਮਸ਼ੀਨਰੀ ਤੋਂ ਬਗੈਰ ਇੰਡਸਟਰੀ ਲੱਗਦੀ ਹੈ, ਇਹ ਲੋਕਾਂ ਨੂੰ ਮੌਤ ਦੇਵੇਗੀ। ਹੁਣ ਮੌਤ ਦੇ ਸਵਾਲ ਦੇ ਉੱਤੇ ਇੰਡਸਟਰੀ ਖੜੀ ਕਰਨੀ, ਇਹ ਤੇ ਕਿਤੇ ਵੀ ਸਿਆਣਪ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਲੋਕਾਂ ਨੇ ਇਹ ਫੈਸਲਾ ਕੀਤਾ ਹੈ ਵੀ ਪਹਿਲਾਂ ਜਾਨਾਂ ਬਚਣੀਆਂ ਜ਼ਰੂਰੀ ਨੇ, ਧਰਤੀ ਬਚਣੀ ਜ਼ਰੂਰੀ ਹੈ, ਮਿੱਟੀ ਬਚਣੀ ਜ਼ਰੂਰੀ ਹੈ, ਪਾਣੀ ਬਚਣਾ ਜ਼ਰੂਰੀ ਹੈ। ਇੰਡਸਟਰੀ ਵੀ ਲਾਵਾਂਗੇ ਪਰ ਇੰਡਸਟਰੀ ਦਾ ਕੋਈ ਮਾਪਦੰਡ ਤੇ ਤੈਅ ਹੋਵੇ ਨਾ। ਇਹ ਸਾਰਾ ਕੁਝ ਉਜਾੜ ਕੇ ਇੰਡਸਟਰੀ ਲਾਉਣੀ ਹੈ ਤੇ ਤਾਂ ਮਤਲਬ ਸੇਵਾ ਕਿਹਦੀ ਕਰਨੀ ਹੈ। ਉਹ ਤੇ ਬਿਲ ਗੇਟਸ ਨੇ ਜਿਵੇਂ ਕੋਵਿਡ ਤੋਂ ਪਹਿਲਾਂ ਉਹ ਡਾਕੂਮੈਂਟਸ ਸੀਗੇ ਵੀ ਧਰਤੀ ਦੇ ਉੱਤੋਂ ਕੁਝ ਬੋਝ ਘਟਾਉਣ ਦੀ ਲੋੜ ਹੈ, ਇਹ ਤੇ ਬੋਝ ਘਟਾਉਣ ਵੱਲ ਤੁਰੇ ਹੋਏ ਆ। ਪੰਜਾਬ ਉਜਾੜ ਕੇ ਇੰਡਸਟਰੀ ਲੱਗਣੀ ਉੱਥੇ ਚਾਹੀਦੀ ਹੈ ਜਿਹੜੀ ਬੰਜਰ ਜ਼ਮੀਨ ਹੈ। ਇਹ ਇੰਡਸਟਰੀ ਉੱਥੇ ਲਾ ਰਹੇ ਆ ਜਿੱਥੇ ਝੋਨਾ ਹੋ ਸਕਦਾ, ਆਲੂ ਹੋ ਸਕਦੇ ਆ, ਜਿੱਥੇ ਕਣਕ ਹੋ ਸਕਦੀ ਹੈ। ਇਹ ਸਾਰੀ ਪਾਲਿਸੀ ਇਹੀ ਨੰਦੀਗ੍ਰਾਮ ਦੀ ਪਾਲਿਸੀ ਇਹੀ ਸੀਗੀ ਬੰਗਾਲ ਦੇ ਅੰਦਰ। ਜਦੋਂ ਲੋਕਾਂ ਨੇ ਵਿਰੋਧ ਕਰਕੇ ਨੰਦੀਗ੍ਰਾਮ ਨੂੰ ਰੋਕਿਆ ਹੈ, ਸੰਗੂਰ ਨੂੰ ਰੋਕਿਆ ਹੈ, ਇੱਕ ਥਾਂ ਤੇ 1000 ਏਕੜ ਜ਼ਮੀਨ ਅਕਵਾਇਰ ਕੀਤੀ, ਨੰਦੀਗ੍ਰਾਮ 'ਚ 20000 ਏਕੜ ਜ਼ਮੀਨ ਅਕਵਾਇਰ ਕੀਤੀ, ਤਾਂ ਉਹ ਸਾਰੀ ਆਲੂ ਬੈਲਟ ਸੀਗੀ। ਹੁਣ ਆਲੂ ਬੈਲਟ ਨੂੰ ਉਜਾੜ ਕੇ ਤੁਸੀਂ ਉੱਥੇ ਇੰਡਸਟਰੀ ਲਾਓਗੇ, ਇਹਦੇ ਲਈ ਬਹੁਤ ਬੰਜਰ ਥਾਂ ਹੈਗੀਆਂ ਜਿੱਥੇ ਮੀਲਾਂ 'ਚ ਕੋਈ ਕੁਛ ਨਹੀਂ ਹੈਗਾ, ਉੱਥੇ ਲਾਈ ਜਾ ਸਕਦੀ, ਪਰ ਇੰਡਸਟਰੀਅਲ ਪਾਲਿਸੀ ਨਹੀਂ ਹੈ। ਇਸ ਕਰਕੇ ਇਹਨਾਂ ਨੇ ਜਿੱਥੇ ਇੰਡਸਟਰੀ ਲਾਉਣੀ ਉਹ ਤੇ ਲਾ ਹੀ ਨਹੀਂ ਰਹੇ। ਗੋਇੰਦਵਾਲ ਸਾਹਿਬ ਦੀ ਮੁਕੰਮਲ ਬੈਲਟ ਸੀਗੀ, ਉੱਥੇ ਇੰਡਸਟਰੀਅਲ ਪਾਲਿਸੀ 1985-86 ਤਿਆਰ ਕੀਤੀ, ਸਾਰੀ ਦੀ ਸਾਰੀ ਬੈਲਟ ਉੱਜੜ ਗਈ। ਪਲਾਈ ਉੱਥੇ ਬਣਨੀ ਸੀ, ਮਾਈਕਾ ਉੱਥੇ ਬਣਨਾ ਸੀਗਾ, ਬੂਟ ਉੱਥੇ ਬਣਨੇ ਸੀਗੇ, ਕੱਪੜਾ ਉੱਥੇ ਬਣਨਾ ਸੀ, ਉਹ ਇੰਡਸਟਰੀ ਉੱਜੜੀ ਹੈ। ਲੋਹੇ ਦੀ ਇੰਡਸਟਰੀ ਮੰਡੀ ਗੋਬਿੰਦਗੜ੍ਹ ਉੱਜੜ ਗਈ ਹੈ, ਬਟਾਲਾ ਉੱਜੜ ਗਈ ਹੈ। ਕਾਟਨ ਦੀ ਇੰਡਸਟਰੀ ਅੰਮ੍ਰਿਤਸਰ ਸੀਗਾ, ਹੱਬ ਸੀਗਾ ਉਹਦਾ, ਉਹ ਸਾਰਾ ਉੱਜੜ ਗਿਆ ਹੈ। ਇਸ ਕਰਕੇ ਇੰਡਸਟਰੀਅਲ ਪਾਲਿਸੀ ਤਾਂ ਹੈਗੀ ਨਹੀਂ। ਇਹ ਤੇ ਰੁਜ਼ਗਾਰ ਦੇ ਨਾਲ ਮੌਤਾਂ ਦੇ ਪੱਧਰ ਦੇ ਉੱਤੇ ਰੁਜ਼ਗਾਰ ਦੇਣਾ, ਇਹਦੀ ਸਪੋਰਟ ਨਹੀਂ ਕੀਤੀ ਜਾ ਸਕਦੀ। ਰੁਜ਼ਗਾਰ ਦੀ ਵਾਲੀ ਇੰਡਸਟਰੀ ਜਿਹੜੀ ਹੈ ਉਹ ਕੋਈ ਹੋਰ ਹੁੰਦੀ ਹੈ, ਉਹਨੂੰ ਸਰਕਾਰ ਉਜਾੜ ਰਹੀ ਹੈ ਤੇ ਬਾਹਰਲੀਆਂ ਮਲਟੀਨੈਸ਼ਨਲ ਕੰਪਨੀਆਂ ਨੂੰ ਇੱਥੇ ਇੰਡਸਟਰੀ ਲਾਉਣ ਦੀ ਖੁੱਲ੍ਹ ਇਸ ਕਰਕੇ ਦੇ ਰਹੀ ਹੈ ਕਿਉਂਕਿ ਇੱਥੇ ਲੇਬਰ ਸਸਤੀ ਹੈਗੀ ਹੈ, ਲੇਬਰ ਦਾ ਨਿਯਮ ਕੋਈ ਨਹੀਂ ਹੈ, ਵਰਕਰ ਕੱਚੇ ਕੰਮ ਕਰਦੇ ਹੈ, ਵਰਕਰ ਮਰ ਜਾਵੇ, ਵਰਕਰ ਬਿਮਾਰ ਹੋ ਜਾਵੇ, ਉਹਨੂੰ ਇਲਾਜ ਕਰਾਉਣ ਦਾ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ, ਉਹਦੇ ਕੋਈ ਪ੍ਰੋਵੀਡੈਂਟ ਫੰਡ ਨਹੀਂ ਹੋਏਗਾ, ਉਹਨੂੰ ਕੋਈ ਪੈਨਸ਼ਨ ਨਹੀਂ ਮਿਲੇਗੀ। ਇਸ ਕਰਕੇ ਇਹ ਰੁਜ਼ਗਾਰ ਨਹੀਂ ਹੈ, ਇਹ ਰੁਜ਼ਗਾਰ ਦੀ ਵੀ ਘਟੀਆ ਤੋਂ ਘਟੀਆ ਕਿਸਮ ਹੈ।